एनबी न्यूज़ ਵਿੱਚ ਤੁਹਾਡਾ ਸਵਾਗਤ ਹੈ। ਅੱਜ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਕਿੰਨਾ ਫੈਲਿਆ, ਕਿੰਨੇ ਪੰਜਾਬ ਵਿੱਚ ਕੇਸ ਹੋਏ ਨੇ ਔਰ ਸਰਕਾਰ ਨੇ ਕੀ ਕਦਮ ਚੁੱਕੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਲੇਕਿਨ ਸਭ ਤੋਂ ਪਹਿਲਾਂ ਅਸੀਂ ਨਵਾਂ ਸ਼ਹਿਰ ਦੇ ਲੋਕਾਂ ਨੂੰ, ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਕਰੋਨਾ ਵਾਇਰਸ ਨਾਲ ਪੀੜਤ ਜ਼ਿਲ੍ਹਿਆਂ ਦੇ ਵਿੱਚੋਂ ਨਵਾਂ ਸ਼ਹਿਰ ਨੂੰ ਬਾਹਰ ਕੱਢ ਦਿੱਤਾ ਹੈਗਾ। ਇਹ ਉਹਨਾਂ ਦੀ ਬਹਾਦਰੀ ਦਾ, ਉਹਨਾਂ ਦੀ ਪ੍ਰਬੰਧਕੀ ਵਿਉਂਤਬੰਦੀ ਦਾ ਨਤੀਜਾ ਹੈਗਾ, ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਔਰ ਉੱਥੋਂ ਦੇ ਲੋਕਾਂ ਦਾ ਵੀ। ਪਾਠੀ ਜਿਹੜੇ ਸਭ ਤੋਂ ਪਹਿਲਾਂ ਉੱਥੇ ਪੀੜਤ ਹੋਏ ਸੀ ਔਰ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਨਾਲ ਸਮੁੱਚਾ ਜਿਹੜਾ NRI ਭਾਈਚਾਰਾ ਉਹ ਵੀ ਸਵਾਲੀਆ ਨਿਸ਼ਾਨ ਦੇ ਵਿੱਚ ਆ ਚੁੱਕੇ ਸੀ ਕਿ ਉਹ ਇੱਕ ਪਾਠੀ ਦੀ ਵਜ੍ਹਾ ਦੇ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਕਿਵੇਂ ਕਰੋਨਾ ਫੈਲਿਆ। ਲੇਕਿਨ ਇੱਕ ਲੰਮੀ ਲੜਾਈ ਤੋਂ ਬਾਅਦ ਨਵਾਂ ਸ਼ਹਿਰ ਦੇ ਲੋਕਾਂ ਨੇ ਲੜਾਈ ਜਿੱਤ ਲਈ ਆ ਔਰ ਇਹ ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਨੇ ਲੜਾਈ ਜਿੱਤੀ ਆ ਨਵਾਂ ਸ਼ਹਿਰ ਦੇ ਲੋਕਾਂ ਨੇ। ਔਰ ਇਹ ਉੱਥੋਂ ਦੇ ਲੋਕਾਂ ਦੀ ਹਿੰਮਤ ਆ, ਉੱਥੋਂ ਦੇ ਪ੍ਰਸ਼ਾਸਨ ਦੀ ਹਿੰਮਤ ਆ, ਉੱਥੋਂ ਦੇ ਜਿਹੜਾ ਮੈਡੀਕਲ ਸਟਾਫ ਆ, ਜਿਹੜੇ ਡਾਕਟਰ ਸਿਵਲ ਹਸਪੀਟਲ 'ਚ ਲਗਾਤਾਰ ਉਹ ਪੀੜਤ ਲੋਕਾਂ ਦਾ ਇਲਾਜ ਕਰ ਰਹੇ ਸੀ, ਇਹ ਉਹਨਾਂ ਦੀ ਹਿੰਮਤ ਆ ਔਰ ਇਹ ਬਹੁਤ ਵੱਡੀ ਕਾਮਯਾਬੀ ਔਰ ਪੰਜਾਬ ਵਾਸਤੇ ਵੀ ਇੱਕ ਚੰਗਾ ਸੰਕੇਤ ਆ ਕਿ ਉੱਥੋਂ ਦੇ ਲੋਕਾਂ ਨੇ ਹਿੰਮਤ ਨਹੀਂ ਹਾਰੀ। ਪ੍ਰਸ਼ਾਸਨ ਨੇ ਵੀ ਚੰਗੇ ਕਦਮ ਚੁੱਕੇ ਨੇ ਔਰ ਜਿਹਦੀ ਬਦੌਲਤ ਜਿਹੜੀ ਪੰਜਾਬ ਦੇ ਵਿੱਚ ਪੀੜਤ ਜ਼ਿਲ੍ਹਿਆਂ ਦੀ ਸੂਚੀ ਸੀ ਉਹ ਨਵਾਂ ਸ਼ਹਿਰ ਨੇ ਉਸ ਸੂਚੀ 'ਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਔਰ ਇਹ ਬਹੁਤ ਵੱਡੀ ਕਾਮਯਾਬੀ ਆ, ਖਾਸ ਕਰਕੇ ਕਿਉਂਕਿ ਅੱਜ ਜਦੋਂ ਰਿਪੋਰਟਾਂ ਆਈਆਂ ਨੇ ਤੇ ਕਰੀਬ 18 ਜਿਹੜੇ ਪੀੜਤ ਨੇ ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਨੈਗੇਟਿਵ ਆਈ ਆ ਔਰ ਇਸ ਦੇ ਚੱਲਦਿਆਂ ਉਹ ਸਾਰੇ ਲੋਕ ਜਿਹੜੇ ਪੀੜਤ ਸੀ ਉਹ ਵੀ ਵਧਾਈ ਦੇ ਪਾਤਰ ਨੇ ਔਰ ਉੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਵੀ ਤੇ ਸਿਹਤ ਸੇਵਾਵਾਂ ਪ੍ਰਸ਼ਾਸਨ ਵੀ। ਇਹ ਬਹੁਤ ਵੱਡੀ ਉਹਨਾਂ ਦੀ ਕਾਮਯਾਬੀ ਆ ਕਿ ਉਹਨਾਂ ਨੇ ਹਿੰਮਤ ਨਹੀਂ ਹਾਰੀ, ਲਗਾਤਾਰ ਉੱਥੇ ਕੋਸ਼ਿਸ਼ਾਂ ਕਰਦੇ ਰਹੇ ਔਰ ਜਿਹਦੇ ਚੱਲਦਿਆਂ ਇਹ ਕਹਿ ਸਕਦੇ ਕਿ ਇੱਕ ਵੱਡੀ ਕਾਮਯਾਬੀ ਮਿਲੀ ਆ ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੂੰ, ਉੱਥੋਂ ਦੇ ਲੋਕਾਂ ਨੂੰ। ਔਰ ਇਹ ਕਾਫੀ ਕਿਉਂਕਿ ਹੌਟ ਸਪੌਟ ਸੀ, ਕਾਫੀ ਚਿੰਤਾ ਵਾਲਾ ਜ਼ਿਲ੍ਹਾ ਬਣਿਆ ਹੋਇਆ ਸੀ, ਲੇਕਿਨ ਇਹ ਬਹੁਤ ਵੱਡੀ ਕਾਮਯਾਬੀ। ਔਰ ਇਸ ਕਾਮਯਾਬੀ ਨੂੰ ਲੈ ਕੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਵੀ, ਜਿਹੜੇ ਉਹ ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਵਿਨੇ ਬਬਲਾਨੀ, ਉਹਨਾਂ ਨੇ ਕਿਹਾ ਕਿ ਕਰੋਨਾ ਨੂੰ ਮਾਤ ਦੇਣ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦਗਾਰ 'ਤੇ ਸਿਜਦਾ ਕਰਦਾ ਹੈ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਾਲ ਜੁੜਿਆ ਜ਼ਿਲ੍ਹਾ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇਗਾ। ਇਹ ਉਹਨਾਂ ਦਾ ਹੌਸਲਾ ਔਰ ਹੌਸਲੇ ਨੂੰ ਅਸੀਂ ਵੀ ਸਲਾਮ ਕਰਦੇ ਨੇ। ਉਹਨਾਂ ਨੇ ਅੱਜ ਆਪਣੀ ਸਮੁੱਚੀ ਟੀਮ ਦੇ ਨਾਲ, ਜਿਹਦੇ 'ਚ SSP ਅਲਕਾ ਮੀਨਾ, ADC ਜਨਰਲ ਅਦਿੱਤਿਆ ਉੱਪਲ, SPD ਵਜੀਰ ਸਿੰਘ ਖਹਿਰਾ, SDM ਬੰਗਾ ਗੌਤਮ ਜੈਨ, DSP ਬੰਗਾ ਨਵਨੀਤ ਸਿੰਘ ਮਾਲ, DSP ਦੀਪਕਾ ਸਿੰਘ, ਇਹ ਸਮੁੱਚੀ ਟੀਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦਗਾਰ 'ਤੇ ਨਤਮਸਤਕ ਵੀ ਹੋਏ ਔਰ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ ਵੀ ਸ਼ਾਮਲ ਸਨ ਔਰ ਉਹਨਾਂ ਨੇ ਅੱਜ ਸਿਜਦਾ ਕੀਤਾ ਸਰਦਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜੱਦੀ ਪਿੰਡ ਖਟਕੜ ਕਲਾਂ ਵਿੱਚ ਪਹੁੰਚ ਕੇ। ਔਰ ਇੱਕ ਬਹੁਤ ਵੱਡਾ ਪੰਜਾਬ ਨੂੰ, ਪੂਰੇ ਦੇਸ਼ ਨੂੰ ਸੰਦੇਸ਼ ਦਿੱਤਾ ਉਹਨਾਂ ਨੇ, ਜ਼ਿਲ੍ਹਾ ਦੇ ਪ੍ਰਸ਼ਾਸਨ ਨੇ, ਉੱਥੋਂ ਦੇ ਲੋਕਾਂ ਨੇ। ਔਰ ਲਗਾਤਾਰ ਕਿਉਂਕਿ ਜਿਹੜੇ ਪਾਠੀ ਨੇ ਉਹ 18 ਮਾਰਚ ਨੂੰ ਸਵਰਗੀ ਬਲਦੇਵ ਸਿੰਘ ਦਾ ਦੇਹਾਂਤ ਹੋਇਆ ਸੀ, ਕਰੋਨਾ ਪੋਜ਼ਿਟਿਵ ਪਾਏ ਗਏ ਸੀ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਕੇਸ ਆ ਉਹ ਨਵਾਂ ਸ਼ਹਿਰ ਦੇ ਵੱਧਦੇ ਗਏ। ਕੁੱਲ 19 ਕੇਸ ਹੋਏ ਸੀ ਤੇ ਕੱਲ 18ਵੇਂ ਮਰੀਜ਼ ਦੀ ਵੀ ਜਿਹੜੀ ਰਿਪੋਰਟ ਆ ਉਹ ਨੈਗੇਟਿਵ ਆਈ ਆ ਔਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁੱਖ ਦਾ ਸਾਇਆ। ਔਰ ਜਿਸ ਤਰ੍ਹਾਂ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਉਂਤਬੰਦੀ ਦੇ ਨਾਲ, ਪੂਰੀ ਹਿੰਮਤ ਦੇ ਨਾਲ ਉੱਥੇ ਜਿਹੜੇ ਪੀੜਤ ਮਰੀਜ਼ ਸੀ ਉਹਨਾਂ ਨੂੰ ਚੰਗੀ ਡਾਈਟ ਦੇ ਨਾਲ, ਜਿਹੜਾ ਇਹ ਸਭ ਤੋਂ ਵੱਡੀ ਜਿਹੜੀ ਕਾਮਯਾਬੀ ਮਿਲੀ ਆ। ਔਰ ਨਾਲ ਦੀ ਨਾਲ ਉਹਨਾਂ ਨੇ ਡਿਪਟੀ ਕਮਿਸ਼ਨਰ ਜਿਹੜੇ ਵਿਨੇ ਬਬਲਾਨੀ ਨੇ, ਉਹਨਾਂ ਨੇ ਕਿਹਾ ਕਿ ਇਹਨਾਂ 18 ਮਰੀਜ਼ਾਂ ਦੇ ਘਰ ਜਾਣ ਨਾਲ ਹਾਲਾਂਕਿ ਜ਼ਿਲ੍ਹੇ ਵਿੱਚ ਖਤਰਾ ਨਹੀਂ ਟਲਿਆ, ਨਾ ਹੀ ਖਤਰਾ ਟਲਿਆ ਸਮਝਿਆ ਜਾ ਸਕਦਾ, ਲੇਕਿਨ ਫਿਰ ਵੀ ਔਰੇਂਜ ਜ਼ੋਨ ਵਿੱਚ ਆਉਣਾ ਤਾਂ ਇਹ ਇੱਕ ਵੱਡੀ ਗੱਲ ਆ। ਔਰ ਅਗਲੇ 14 ਦਿਨਾਂ ਤੱਕ ਇੱਕ ਵੀ ਪੋਜ਼ਿਟਿਵ ਕੇਸ ਨੂੰ ਨਾ ਆਉਣ ਲਈ ਯਕੀਨੀ ਬਣਾਉਣ ਲਈ ਉਹਨਾਂ ਵੱਲੋਂ ਕਦਮ ਪੁੱਟੇ ਜਾਣਗੇ। ਤੇ ਉਹਨਾਂ ਕਿਹਾ ਕਿ
ਇਹ ਜਿਹੜੀ ਕੋਸ਼ਿਸ਼ ਹੈ ਇਹਦੇ ਨਾਲ ਸਾਰੇ ਲੋਕ ਨੇ। ਔਰ ਅਸੀਂ 14 ਦਿਨ ਅਗਰ ਹੋਰ ਸਬਰ ਕਰ ਲਿਆ ਤੇ ਅਗਰ ਕੋਈ ਵੀ ਜਿਹੜਾ ਕੇਸ ਆ ਪੋਜ਼ਿਟਿਵ ਨਹੀਂ ਆਂਦਾ ਤੇ ਉਹ ਜ਼ਿਲ੍ਹਾ ਨਵਾਂ ਸ਼ਹਿਰ ਸੇਫ ਜ਼ੋਨ ਵਿੱਚ ਆ ਜਾਏਗਾ। ਔਰ ਅੱਜ ਅਸੀਂ ਤੁਹਾਨੂੰ ਇਹ ਤਸਵੀਰ ਦਿਖਾਉਂਦੇ ਹਾਂ। ਇਹ ਤਸਵੀਰ ਇਹ ਸਮੁੱਚੀ ਜ਼ਿਲ੍ਹਾ ਪ੍ਰਸ਼ਾਸਨ ਦੀ ਤਸਵੀਰ ਆ, ਜਿਹਦੇ 'ਚ ਸਿਵਲ ਸਰਜਨ, ਡੀਸੀ, ਐਸਐਸਪੀ ਔਰ ਜਿਹੜੇ ਬਾਕੀ ਜਿਹੜੇ ਅਧਿਕਾਰੀ ਆ ਉਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਨੂੰ ਦੀ ਜਿਹੜਾ ਜੱਦੀ ਪਿੰਡ ਖਟਕੜ ਕਲਾਂ ਉੱਥੇ ਨਤਮਸਤਕ ਹੋ ਕੇ ਆਏ ਨੇ। ਔਰ ਜਿਹੜੇ ਅੱਜ ਮਰੀਜ਼ ਘਰੋਂ ਠੀਕ ਹੋਏ ਉਹ ਵੀ ਇੱਕ ਬਹੁਤ ਵੱਡੀ ਪਹਿਲ ਕੀਤੀ ਗਈ ਆ। ਉਹਨਾਂ ਨੂੰ ਦੇਖ ਸਕਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਲਦਸਤੇ ਫੁੱਲ ਭੇਟ ਕਰਕੇ ਹਸਪੀਟਲ 'ਚੋਂ ਵਿਦਾ ਕੀਤਾ ਗਿਆ। ਇਹ ਇੱਕ ਬਹੁਤ ਵੱਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕੇ ਗਏ ਨੇ ਔਰ ਉਹਨਾਂ ਨੇ ਆਪਣੇ ਆਪ ਨੂੰ ਸੂਚੀ 'ਚੋਂ ਬਾਹਰ ਕੱਢ ਲਿਆ। ਔਰ ਡੀਸੀ ਵੱਲੋਂ ਇਹ ਵੀ ਉਮੀਦ ਜਤਾਈ ਅਗਰ ਅਸੀਂ 14 ਦਿਨ ਹੋਰ ਸਬਰ ਕਰ ਲਿਆ, ਨਵਾਂ ਸ਼ਹਿਰ ਦੇ ਲੋਕਾਂ ਨੇ ਹੋਰ ਸਬਰ ਸੰਤੋਖ ਕਰ ਲਿਆ ਤੇ ਅਸੀਂ ਸੇਫ ਜ਼ੋਨ ਵਿੱਚ ਆ ਜਾਵਾਂਗੇ। ਔਰ ਲਾਜ਼ਮੀ ਤੌਰ ਤੇ ਬਾਕੀ ਜ਼ਿਲ੍ਹੇ ਵਾਲੇ ਵੀ ਜ਼ਰੂਰ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਜੀ ਨੂੰ ਪੁੱਛਣਗੇ। ਉਹ ਪੁੱਛ ਵੀ ਰਹੇ ਹੋਣਗੇ ਔਰ ਕਈਆਂ ਨੇ ਪੁੱਛ ਵੀ ਲਿਆ ਹੋਊਗਾ ਕਿ ਆਖਰ ਉਸ ਜ਼ਿਲ੍ਹੇ ਦੇ ਵਿੱਚ ਚਮਤਕਾਰ ਕਿਵੇਂ ਹੋਇਆ। ਔਰ ਇਹ ਅਸੀਂ ਵੀ ਪੂਰੀ ਪ੍ਰਸ਼ਾਸਨ ਨੂੰ, ਉਹਨਾਂ ਲੋਕਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਦੇ ਬਦੌਲਤ ਨਵਾਂ ਸ਼ਹਿਰ ਕਾਫੀ ਟਾਰਗੇਟ ਤੇ ਆ ਚੁੱਕਾ ਸੀ, ਹੌਟਸਪੌਟ ਤੇ ਆ ਚੁੱਕਾ ਸੀ ਔਰ ਉਹਨਾਂ ਨੇ ਆਪਣੇ ਆਪ ਨੂੰ ਬਾਹਰ ਕੱਢ ਲਿਆ ਗਾ। ਔਰ ਅਸੀਂ ਹੁਣ ਗੱਲ ਕਰਦੇ ਹਾਂ ਕਿ ਪੰਜਾਬ 'ਚ ਟੋਟਲ 7,887 ਕੇਸ ਜਿਹੜੇ ਸ਼ੱਕੀ ਪਾਏ ਗਏ ਸੀ, ਇਹਨਾਂ ਦਾ ਸਾਰਿਆਂ ਦਾ ਟੈਸਟ ਸਰਕਾਰ ਵੱਲੋਂ ਕਰਵਾਇਆ ਗਿਆ ਔਰ 7100 ਲੋਕਾਂ ਦੀ ਜਿਹੜੀ ਰਿਪੋਰਟ ਆ ਉਹ ਨੈਗੇਟਿਵ ਆਈ ਆ। 530 ਦੇ ਕਰੀਬ ਜਿਹੜੇ ਲੋਕਾਂ ਦੀ ਰਿਪੋਰਟ ਇੰਤਜ਼ਾਰ ਕੀਤਾ ਜਾ ਰਿਹਾ। 188 ਜਿਹੜੇ ਕੇਸ ਆ ਉਹ ਐਕਟਿਵ ਕੇਸ ਨੇ ਔਰ ਇੱਕ ਮਰੀਜ਼ ਆਕਸੀਜਨ ਤੇ ਔਰ ਇੱਕ ਹੀ ਮਰੀਜ਼ ਵੈਂਟੀਲੇਟਰ ਤੇ ਆ। ਲੇਕਿਨ ਕੁੱਲ ਮਿਲਾ ਕੇ ਕਹਿ ਸਕਦੇ ਕਿ 257 ਜਿਹੜੇ ਕੇਸ ਨੇ ਪੰਜਾਬ ਵਿੱਚ ਪੋਜ਼ਿਟਿਵ ਪਾਏ ਗਏ ਨੇ। ਕੱਲ ਇਹ ਜਿਹੜਾ ਅੰਕੜਾ ਉਹ 251 ਸੀ, ਲੇਕਿਨ ਅੱਜ 5 ਜਿਹੜੇ ਕੇਸ ਨੇ ਉਹ ਜਲੰਧਰ ਤੋਂ ਆਏ ਨੇ, ਜਿਹੜੇ ਪੋਜ਼ਿਟਿਵ ਕੇਸਾਂ ਤੋਂ ਹੀ ਅੱਗੇ ਵਧੇ ਨੇ। ਜਿਹੜਾ ਇੱਕ ਬਣੇ ਸੀ ਕੈਰੀਅਰ ਬਣੇ ਸੀ ਉਹਦੇ ਕਰਕੇ 5 ਕੇਸ ਜਲੰਧਰ ਚੋਂ ਰਹਿ ਚੁੱਕੇ ਔਰ ਇੱਕ ਜਿਹੜਾ ਕੇਸ ਤਾਜ਼ਾ ਜਿਹੜਾ ਕੇਸ ਆ ਉਹ ਨਵਾਂ ਸ਼ਹਿਰ ਜ਼ਿਲ੍ਹੇ 'ਚ ਆਇਆ ਗਾ। ਤੇ ਕੁੱਲ ਪੰਜਾਬ 'ਚ ਹੁਣ ਤੱਕ ਜਿਹੜੀ ਰਿਪੋਰਟ ਮਿਲੀ ਆ ਉਹਦੇ ਮੁਤਾਬਕ ਪੰਜਾਬ 'ਚ 257 ਕੇਸ ਪੋਜ਼ਿਟਿਵ ਹੋ ਚੁੱਕੇ ਨੇ। ਇਹ ਪੰਜਾਬ ਦੇ ਹਾਲਾਤ ਨੇ ਅੱਜ ਤੇ। ਔਰ ਹੁਣ ਤੱਕ ਪੰਜਾਬ 'ਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 16 ਮੌਤਾਂ ਹੀ ਹੋਈਆਂ ਨੇ ਤੇ ਅਸੀਂ ਵੀ ਆਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਇਹ ਜਿਹੜਾ ਅੰਕੜਾ ਅੱਗੇ ਨਾ ਵਧੇ। ਔਰ ਅਗਰ ਅਸੀਂ ਜ਼ਿਲ੍ਹਾ ਵਾਈਜ਼ ਗੱਲ ਕरें ਤਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ 62 ਲੋਕ ਪੀੜਤ ਨੇ, 46 ਐਕਟਿਵ ਕੇਸ ਨੇ ਔਰ 14 ਠੀਕ ਹੋ ਕੇ ਜਾ ਚੁੱਕੇ ਨੇ। ਜਲੰਧਰ 'ਚ ਟੋਟਲ 53 ਕੇਸ ਹੋ ਚੁੱਕੇ ਨੇ, 45 ਐਕਟਿਵ ਕੇਸ ਨੇ, 6 ਠੀਕ ਹੋ ਚੁੱਕੇ ਨੇ। ਪਟਿਆਲਾ 31 ਕੇਸ ਹੋ ਚੁੱਕੇ ਨੇ, 30 ਐਕਟਿਵ ਕੇਸ ਨੇ ਤੇ 1 ਠੀਕ ਹੋਇਆ। ਪਠਾਨਕੋਟ 'ਚ 24 ਕੇਸ ਨੇ, 23 ਐਕਟਿਵ ਕੇਸ ਨੇ। ਉਸ ਤੋਂ ਬਾਅਦ ਅਸੀਂ ਗੱਲ ਕੀਤੀ ਜਾਵੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ 16 ਕੇਸ ਨੇ ਔਰ ਅੰਮ੍ਰਿਤਸਰ ਮਾਨਸਾ 'ਚ 11, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਫਰੀਦਕੋਟ, ਰੋਪੜ, ਸੰਗਰੂਰ, ਕਪੂਰਥਲਾ 'ਚ 3 ਕੇਸ ਹੋ ਚੁੱਕੇ ਨੇ। ਬਰਨਾਲਾ ਔਰ ਫਤਿਹਗੜ੍ਹ ਸਾਹਿਬ 'ਚ 2 ਕੇਸ ਨੇ। ਗੁਰਦਾਸਪੁਰ, ਮੁਕਤਸਰ ਔਰ ਫਿਰੋਜ਼ਪੁਰ 'ਚ 1 ਕੇਸ ਨੇ। ਔਰ ਜਿਹੜੇ ਨਵਾਂ ਸ਼ਹਿਰ ਦੇ ਵਿੱਚ ਐਕਟਿਵ ਕੇਸ ਸੀ ਉਹ ਹੁਣ ਉੱਥੇ ਕੋਈ ਵੀ ਕੇਸ ਨਹੀਂ, ਸਾਰੇ ਆਪਣੇ ਘਰਾਂ 'ਚ ਉਹ ਠੀਕ ਹੋ ਕੇ ਚਲੇ ਗਏ ਨੇ। ਇਹ ਇੱਕ ਬਹੁਤ ਵੱਡੀ ਗੱਲ ਆ ਔਰ ਇਹ ਨਵਾਂ ਸ਼ਹਿਰ ਦੇ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਆ, ਪੋਜ਼ਿਟਿਵ ਰੱਖਿਆ ਗਿਆ, ਆਪਣੇ ਆਪ ਨੂੰ ਬਹੁਤ ਕਹਿ ਸਕਦੇ ਕਿ ਮਜ਼ਬੂਤ ਰੱਖਿਆ ਗਿਆ, ਹੌਸਲਾ ਰੱਖਿਆ ਗਿਆ, ਇੱਛਾ ਸ਼ਕਤੀ ਰੱਖੀ। ਉਹਦੇ ਬਦੌਲਤ ਇਹ ਕਹਿ ਸਕਦੇ ਇਹ ਤੁਹਾਡੇ ਸਾਹਮਣੇ ਜਿਹੜੇ ਰਿਜ਼ਲਟ ਆਏ ਨੇ ਔਰ ਇਹ ਬਹੁਤ ਵੱਡੀ ਗੱਲ ਆ। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਜਿਹੜੇ ਉੱਥੋਂ ਦੇ ਜਿਹੜੇ ਠੀਕ ਹੋ ਕੇ ਨੌਜਵਾਨ ਗਿਆ ਜਿਹੜਾ ਜਸਕਰਨ, ਉਹਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰ ਰਹੋ ਤੇ ਵਾਰ-ਵਾਰ ਹੱਥ ਧੋਓ ਔਰ ਹੌਸਲਾ ਰੱਖੋ। ਇਹ ਜਿਹੜਾ ਜਸਕਰਨ ਸਿੰਘ ਆ, ਇਹ ਜਿਹੜੇ ਠੀਕ ਹੋ ਕੇ ਗਏ ਨੇ, ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਆ ਕਿ ਬਹੁਤ ਜ਼ਰੂਰੀ ਆ ਜਸਕਰਨ ਦਾ ਜਿਹੜਾ ਉਹਨਾਂ, ਕਿਉਂਕਿ ਉਹਨੇ ਆਪਣੇ ਪਿੰਡੇ ਤੇ ਦਰਦ ਹੰਢਾਇਆ, ਲੇਕਿਨ ਉਹਨਾਂ ਨੇ ਜਿਹੜਾ ਆਪਣਾ ਹੁਣ ਦੁੱਖ ਤੋਂ ਬਾਅਦ ਜਿਹੜਾ ਉਹਨਾਂ ਨੇ ਸੁੱਖ ਸਾਂਝਾ ਕੀਤਾ ਪੰਜਾਬ ਦੀ ਜਨਤਾ ਦੇ ਨਾਲ, ਦੇਸ਼ ਦੀ ਜਨਤਾ ਦੇ ਨਾਲ।
ਔਰ ਇਹ ਜਿਹੜਾ ਸਭ ਤੋਂ ਵੱਡੀ ਗੱਲ ਔਰ ਅਸੀਂ ਬਾਕੀ ਅੱਜ ਪੰਜਾਬ ਸਰਕਾਰ ਵੱਲੋਂ ਕੀ ਕੋਸ਼ਿਸ਼ ਕੀਤੀ ਗਈ ਆ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਹਾਂਗੇ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਆ। ਔਰ ਜਿੱਥੋਂ ਤੱਕ ਅਸੀਂ ਕਹਿ ਸਕਦੇ ਕਿ ਜਿਹੜੇ ਫੂਡ ਸਪਲਾਈ ਮੰਤਰੀ ਨੇ ਭਰਤ ਭੂਸ਼ਣ ਆਸ਼ੂ, ਕਿਉਂਕਿ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਹੈਗੀ ਆ ਮਹਿਕਮੇ ਦੀ, ਔਰ ਉਹਨਾਂ ਨੇ ਕਿਹਾ ਕਿ ਇਸ ਸੰਕਟ ਦੀ ਘੜੀ 'ਚ, ਵਿਪਤਾ ਦੀ ਘੜੀ 'ਚ ਦੇਸ਼ ਨੂੰ ਖੁਰਾਕ ਸੁਰੱਖਿਆ ਦੇਣ ਵਿੱਚ ਪੰਜਾਬ ਦਾ ਕਿਸਾਨ ਤੇ ਪੰਜਾਬ ਅਹਿਮ ਭੂਮਿਕਾ ਨਿਭਾ ਰਿਹਾ। ਔਰ ਇੱਕ ਦਿਨ ਵਿੱਚ ਪੰਜਾਬ ਰਾਜ ਦੇ ਗੋਦਾਮਾਂ ਵਿੱਚੋਂ 1.25 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲਾਂ ਦੀਆਂ 50 ਵਿਸ਼ੇਸ਼ ਗੱਡੀਆਂ ਦੂਸਰੇ ਸੂਬਿਆਂ ਨੂੰ ਭੇਜੀਆਂ ਜਾ ਚੁੱਕੀਆਂ ਨੇ। ਔਰ ਪੰਜਾਬ ਨੂੰ ਸਪੈਸ਼ਲ ਟ੍ਰੇਨਾਂ ਦੇਣ ਲਈ ਵੀ ਉਹਨਾਂ ਨੇ FCI ਦੇ ਜਿਹੜੇ ਚੀਫ MD ਨੇ ਡਾਕਟਰ DV ਪ੍ਰਸਾਦ ਦਾ ਵੀ ਧੰਨਵਾਦ ਕੀਤਾ ਗਿਆ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਦੇਸ਼ ਦਾ ਢਿੱਡ ਭਰਿਆ ਗਾ। ਇਹ ਜਿਹੜੀ ਮੰਡੀਆਂ ਨੂੰ ਲੈ ਕੇ ਜਿਹੜੀ ਸਰਕਾਰ ਨੇ ਜਾਣਕਾਰੀ ਦਿੱਤੀ ਹੈਗੀ ਆ ਕਿ ਕਣਕ ਦੇ ਮਸਲੇ 'ਚ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹ ਠੀਕ ਠਾਕ ਨੇ। ਔਰ ਨਾਲ ਹੀ ਉਹਨਾਂ ਕਿਹਾ ਕਿ ਇਹ ਜਿਹੜੇ ਦੇਸ਼ ਨੇ ਪੰਜਾਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈਗਾ। ਔਰ ਇਹ ਉਹਨਾਂ ਨੇ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਵੀ ਦੱਸਿਆ ਹੈਗਾ। ਔਰ ਜਿੱਥੋਂ ਤੱਕ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਡਿਪਾਰਟਮੈਂਟ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਵੱਲੋਂ, ਔਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ, ਔਰ ਉਹਦੇ ਮੁਤਲਕ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ। ਉਸ ਅਪੀਲ ਦੇ ਚੱਲਦਿਆਂ ਮਹਾਰਾਸ਼ਟਰ ਸਰਕਾਰ ਨੇ ਵੀ ਔਰ ਸੈਂਟਰ ਸਰਕਾਰ ਨੇ ਵੀ ਮੰਨ ਲਿਆ ਕਿ ਜਿਹੜੇ ਸ਼੍ਰੀ ਹਜ਼ੂਰ ਸਾਹਿਬ ਦੇ ਵਿੱਚ ਸ਼ਰਧਾਲੂ ਰੁਕੇ ਪਏ ਸੀ ਕਰੋਨਾ ਕਰਕੇ, ਕਿਉਂਕਿ ਕਰਫਿਊ ਲੱਗ ਗਿਆ ਸੀ, ਲੋਕਡਾਊਨ ਲੱਗ ਗਿਆ ਸੀ, ਉਹਨਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਔਰ ਪੰਜਾਬ ਸਰਕਾਰ ਜਲਦੀ ਆਪਣੇ ਖਰਚੇ 'ਤੇ ਉਹ ਸਾਰੇ ਸ਼ਰਧਾਲੂਆਂ ਨੂੰ ਪੰਜਾਬ 'ਚ ਵਾਪਸ ਲਿਆਏਗੀ। ਇਹ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਔਰ ਇਹ ਜਲਦੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ। ਹਾਲਾਂਕਿ ਇਸ ਮਸਲੇ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਵਾਰ-ਵਾਰ ਅਪੀਲ ਕਰ ਰਹੇ ਸੀ ਔਰ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਵੱਲੋਂ ਵੀ ਸਾਰਿਆਂ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਸ ਕੋਸ਼ਿਸ਼ ਸਦਕਾ ਹੀ ਜਿਹੜੇ ਸ਼ਰਧਾਲੂ ਨੇ ਜਿਹੜੇ ਉੱਥੇ ਰੁਕੇ ਪਏ ਸੀ, ਰੁਕਣ ਵਾਸਤੇ ਮਜਬੂਰ ਹੋਣਾ ਪਿਆ ਸੀ, ਉਹ ਜਲਦ ਹੁਣ ਪੰਜਾਬ 'ਚ ਆਪਣੇ ਘਰ ਵਾਪਸ ਆ ਜਾਣਗੇ। ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਇਹ ਵੀ ਫੈਸਲਾ ਲਿਆ ਕਿ ਪਵਿੱਤਰ ਰਮਜ਼ਾਨ ਮਹੀਨੇ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਆ। ਔਰ ਇਸ ਸੰਬੰਧੀ ਸਰਕਾਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਮਨੁੱਖੀ ਮੇਲ ਜੋਲ ਰਾਹੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਲੋਕਾਂ ਦੀ ਖੁੱਲ੍ਹੀ ਆਵਾਜਾਈ 'ਤੇ ਪਾਬੰਦੀ ਲਗਾਈ ਹੋਈ ਹੈ ਅਤੇ ਇਕੱਠ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ। ਔਰ ਇਸ ਮਹਾਂਮਾਰੀ ਕਾਰਨ ਪੈਦਾ ਹੋਏ ਇਸ ਸੰਕਟ ਕਾਲੀ ਸਮੇਂ ਦੌਰਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਜਸ਼ਨ ਮਨਾਉਣ ਵਾਲੀਆਂ ਥਾਵਾਂ 'ਤੇ ਕੁਝ ਖਾਸ ਰੋਕਥਾਮ ਉਪਾਵਾਂ ਅਤੇ ਸਾਵਧਾਨੀਆਂ ਦੀ ਧਿਆਨ ਨਾਲ ਪਾਲਣਾ ਕਰਨ ਦੀ ਲੋੜ ਹੈ। ਸਰਕਾਰ ਨੇ ਵੀ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣਾ ਕਰਨ, ਜਿਸ ਤਹਿਤ ਸਾਰੀਆਂ ਮਸਜਿਦਾਂ, ਦਰਗਾਹਾਂ, ਇਮਾਮ ਬਾੜਿਆਂ ਅਤੇ ਹੋਰ ਧਾਰਮਿਕ ਸਥਾਵਾਂ ਬੰਦ ਰਹਿਣਗੀਆਂ ਅਤੇ ਲੋਕਾਂ ਨੂੰ ਇਕੱਠ ਕਰਕੇ ਨਮਾਜ਼ਾਂ ਬਾਜ਼ਮਾਤ ਅਦਾ ਕਰਨ, ਜੁਮੇ ਦੀ ਨਮਾਜ਼ ਸਮੇਤ ਤਰਾਵੀ ਅਦਾ ਕਰਨ ਦੀ ਮੁਕੰਮਲ ਮਨਾਹੀ ਹੋਏਗੀ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ ਆਪਣੇ ਘਰਾਂ ਤੋਂ ਹੀ ਨਮਾਜ਼ ਅਦਾ ਕਰਨ। ਔਰ ਇਹ ਵੀ ਕਿਹਾ ਕਿ ਉਰਸ, ਪਬਲਿਕ ਅਤੇ ਪ੍ਰਾਈਵੇਟ ਇਫਤਾਰ ਪਾਰਟੀਆਂ, ਕਾਰਜਾਂ, ਦਾਵਤੇ, ਸੇਰੀ ਅਤੇ ਸ਼ਰਧਾਲੂਆਂ ਦੀ ਇਕੱਤਰਤਾ ਵਾਲੇ ਕਿਸੇ ਵੀ ਹੋਰ ਧਾਰਮਿਕ ਸਮਾਗਮਾਂ ਸਮੇਤ ਹਰ ਕਿਸਮ ਦੇ ਜਸ਼ਨਾਂ ਦਾ ਸਖਤੀ ਨਾਲ ਪਰਹੇਜ਼ ਕੀਤਾ ਜਾਏ। ਇਹ ਸਰਕਾਰ ਵੱਲੋਂ ਮੁਸਲਿਮ ਭਾਈਚਾਰੇ ਵਾਸਤੇ ਜਿਹੜੀ ਸਲਾਹ ਐਡਵਾਈਜ਼ਰੀ ਕੀਤੀ ਗਈ ਔਰ ਇਹ ਸਾਰਿਆਂ ਨੂੰ ਮੰਨੀ ਪਈ, ਕਿਉਂਕਿ ਸਾਰੇ ਜਾਣਦੇ ਨੇ ਕਿ ਕਰੋਨਾ ਮਹਾਮਾਰੀ ਕਰਕੇ ਬਹੁਤ ਹੀ ਮਾੜੇ ਹਾਲਾਤ ਨੇ। ਔਰ ਇੱਕ ਹੋਰ ਇਸ ਮਸਲੇ 'ਤੇ ਅਗਰ ਅਸੀਂ ਗੱਲ ਕੀਤੀ ਜਾਵੇ ਕਿ ਜਿਹੜੇ ਮਰੀਜ਼ ਪ੍ਰਾਈਵੇਟ ਹਸਪੀਟਲਾਂ 'ਚ ਕਰੋਨਾ ਨਾਲ ਠੀਕ ਹੋ ਰਹੇ ਨੇ, ਉਹ ਕਰੋਨਾ ਨੂੰ ਤੇ ਹਰਾ ਰਹੇ ਨੇ, ਉਹ ਲੜਾਈ ਜਿੱਤੀ ਆ, ਲੇਕਿਨ ਇੱਕ ਲੜਾਈ ਆ ਆਰਥਿਕ ਦੀ ਸ਼ੁਰੂ ਹੋ ਚੁੱਕੀ ਆ। ਇਸ ਮਸਲੇ 'ਤੇ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਰਕਾਰ ਨੂੰ ਕਿਹਾ ਕਿ ਪ੍ਰਾਈਵੇਟ ਹਸਪੀਟਲਾਂ ਨੂੰ ਲੈ ਕੇ ਸਪਸ਼ਟ ਨੀਤੀ ਬਣਾਓ, ਕਿਉਂਕਿ ਇੱਕ 70 ਸਾਲ ਦੀ ਬੀਬੀ 29 ਦਿਨ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪੀਟਲ 'ਚ ਰਹੀ ਸੀ। ਉਹਨਾਂ ਨੇ ਕਰੋਨਾ ਪੋਜ਼ਿਟਿਵ ਸੀ, ਉਹਨਾਂ ਨੇ ਉਹ ਜੰਗ ਜਿੱਤੀ ਆ।
ਲੇਕਿਨ ਅਗਲੀ ਜਿਹੜੀ ਉਹਨਾਂ ਦੀ ਲੜਾਈ ਹੈ ਉਹ ਆਰਥਿਕ ਲੜਾਈ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਉਸ ਹਸਪੀਟਲ ਵੱਲੋਂ 29 ਦਿਨ ਦਾ ਜਿਹੜਾ ਬਿੱਲ ਆ ਉਹ ਕਰੀਬ 7 ਲੱਖ ਰੁਪਈਆ ਬਣਾ ਕੇ ਭੇਜਿਆ ਗਿਆ। ਔਰ ਇੱਕ ਪਰਿਵਾਰ ਵਾਸਤੇ 7 ਲੱਖ ਰੁਪਈਆ ਦੇਣਾ ਬਹੁਤ ਔਖਾ, ਜਿਸ ਤਰ੍ਹਾਂ ਕਾਰੋਬਾਰ ਵੀ ਲੋਕਾਂ ਦੇ ਬੰਦ ਹੋਏ ਨੇ। ਇਸ ਮਸਲੇ 'ਚ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਰਕਾਰ ਨੂੰ ਕਿਹਾ ਕਿ ਇਹ ਜਿਹੜਾ ਮਸਲਾ ਇਹ ਸਰਕਾਰ ਨੂੰ ਇਸ 'ਤੇ ਆਪਣੀ ਨੀਤੀ ਬਣਾਉਣ ਦੀ ਲੋੜ ਆ ਕਿ ਜਿਹੜੇ ਲੋਕ ਪ੍ਰਾਈਵੇਟ ਹਸਪੀਟਲ ਜਾ ਰਹੇ ਨੇ ਉਹਦੇ ਵੀ ਇੰਤਜ਼ਾਮ ਕੀਤੇ ਜਾਣ। ਇੱਕ ਪਰਿਵਾਰ 7 ਲੱਖ ਦਾ ਬਿੱਲ ਕਿੱਥੋਂ ਚੁਕਾਏਗਾ? ਔਰ ਇਸ 'ਤੇ ਵੀ ਹੁਣ ਸਿਆਸਤ ਲਾਜ਼ਮੀ ਤੌਰ 'ਤੇ ਹੋਏਗੀ। ਔਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਜਿਹੜੇ ਮਰੀਜ਼ ਪ੍ਰਾਈਵੇਟ ਹਸਪਤਾਲਾਂ 'ਚ ਜਾਣਗੇ ਉਹਨਾਂ ਨੂੰ ਖੁਦ ਹੀ ਉਹ ਫੀਸਾਂ ਜੋ ਖਰਚਾ ਹੋਏਗਾ ਉਹ ਦੇਣਾ ਪਏਗਾ। ਲੇਕਿਨ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਜਿਹੜੇ ਸਰਕਾਰ ਨੂੰ ਬੰਦੋਬਸਤ ਕਰਨੇ ਪੈਣਗੇ, ਕਿਉਂਕਿ 7 ਲੱਖ ਅਗਰ ਬਿੱਲ ਬਣਦਾ ਹੈਗਾ ਤੇ ਇਹ ਬਹੁਤ ਵੱਡਾ ਇੱਕ ਕਹਿ ਸਕਦੇ ਕਿ ਬਿੱਲ ਹੋਏਗਾ ਜੋ ਆਮ ਲੋਕਾਂ ਵਾਸਤੇ ਦੇਣਾ ਮੁਸ਼ਕਲ ਹੋ ਜਾਏਗਾ। ਔਰ ਇਹ ਜਿਹੜੀ ਪੰਜਾਬ ਸਰਕਾਰ ਨੂੰ ਇਸ ਦੇ ਬੰਦੋਬਸਤ ਕਰਨੇ ਪੈਣਗੇ। ਔਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਦੀ ਗੱਲ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਇਸ ਮਸਲੇ ਦੇ ਵਿੱਚ ਕੀ ਕਹਿ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇ ਮਸਲੇ 'ਤੇ ਕੀ ਕਾਰਵਾਈ ਕੀਤੀ ਹੈਗੀ। ਔਰ ਅਕਾਲੀ ਦਲ ਵੀ ਲਗਾਤਾਰ ਇਸ ਮਸਲੇ 'ਤੇ ਲੱਗਾ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਇਹ ਜਿਹੜਾ ਕਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਦਾ ਵੀ ਸਹਿਯੋਗ ਕਰਨਾ ਚਾਹੀਦਾ, ਸਰਕਾਰ ਨੂੰ ਕੁਝ ਹੋਰ ਵੀ ਕਦਮ ਚੁੱਕਣ ਦੀ ਲੋੜ ਆ। ਔਰ ਜਿੱਥੋਂ ਤੱਕ ਅਸੀਂ ਆਮ ਆਦਮੀ ਪਾਰਟੀ ਦੀ ਵੀ ਜ਼ਿਕਰ ਕਰਾਂਗੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮਸਲਾ ਹੈ ਉਹਨਾਂ ਨੇ ਇੱਕ ਵਾਰ ਫਿਰ ਕੈਪਟਨ ਸਰਕਾਰ ਨੂੰ ਘੇਰ ਲਿਆ, ਉਸ ਮੁੱਦੇ 'ਤੇ ਘੇਰਿਆ ਜਿਸ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਔਰ ਕੇਂਦਰ ਸਰਕਾਰ ਕੋਲੋਂ ਮਨਜ਼ੂਰੀ ਮੰਗੀ ਸੀ ਕਿ ਪੰਜਾਬ ਵਿੱਚ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਸਤੇ ਪੜਾਅਵਾਰ ਔਰ ਢੰਗ ਦੇ ਨਾਲ ਤੌਰ ਤਰੀਕਿਆਂ ਦੇ ਨਾਲ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ। ਉਸ ਮਸਲੇ 'ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਆਮ ਲੋਕਾਂ ਨਾਲੋਂ ਸ਼ਰਾਬ ਮਾਫੀਏ ਦੀ ਜ਼ਿਆਦਾ ਫਿਕਰ ਹੈ। ਇਹ ਹਰਪਾਲ ਸਿੰਘ ਚੀਮਾ ਵੱਲੋਂ ਬਿਆਨ ਦਿੱਤਾ ਗਿਆ। ਉਹਨਾਂ ਨੇ ਇਸ ਮਸਲੇ ਦਾ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਜਿਹੜੀ ਇਜਾਜ਼ਤ ਮੰਗੀ ਗਈ ਆ ਉਹਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਬਿਹਤਰ ਹੁੰਦਾ ਲੋੜਵੰਦ ਪਰਿਵਾਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਇੰਡਸਟਰੀ ਲਈ ਵਿਸ਼ੇਸ਼ ਪੈਕੇਜ ਮੰਗਦੇ ਮੁੱਖ ਮੰਤਰੀ ਪੰਜਾਬ, ਪਰ ਉਹਨਾਂ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਪ੍ਰਵਾਨਗੀ ਮੰਗੀ ਆ, ਜਿਸ ਤੋਂ ਸਪਸ਼ਟ ਹੁੰਦਾ ਵਿਰੋਧੀ ਧਿਰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਆਮ ਲੋਕਾਂ ਨਾਲੋਂ ਸ਼ਰਾਬ ਦੇ ਜਿਹੜੇ ਮਾਫੀਆ ਉਹਨਾਂ ਦੀ ਜ਼ਿਆਦਾ ਚਿੰਤਾ ਔਰ ਸਰਕਾਰ ਨੂੰ ਇਸ ਮਸਲੇ 'ਤੇ ਮੁੜ ਪੜਚੋਲ ਕਰਨੀ ਚਾਹੀਦੀ ਆ ਕਿ ਪੈਕੇਜ ਆਮ ਲੋਕਾਂ ਵਾਸਤੇ, ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਮੰਗਣਾ ਚਾਹੀਦਾ। ਲੇਕਿਨ ਉਲਟਾ ਸ਼ਰਾਬ ਖੋਲ੍ਹਣ ਦੀ ਮਨਜ਼ੂਰੀ ਮੰਗੀ ਜਾ ਰਹੀ ਆ। ਔਰ ਇੱਕ ਇਸੇ ਤਰ੍ਹਾਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਜੈ ਕਿਸ਼ਨ ਅਰੋੜੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਬਾਰੇ ਨੀਤੀ ਸਪਸ਼ਟ ਕਰੇ ਕੈਪਟਨ ਸਰਕਾਰ। PGI ਸਮੇਤ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਭਾਰੀ ਖੱਜਲ ਖਵਾਰ ਹੋ ਰਹੇ ਨੇ ਦੂਸਰੀਆਂ ਬਿਮਾਰੀਆਂ ਦੇ ਮਰੀਜ਼। ਉਹਨਾਂ ਕਿਹਾ ਕਿ ਸਰਕਾਰ ਨੂੰ ਜੇ ਨੀਤੀ ਸਪਸ਼ਟ ਕਰਨੀ ਚਾਹੀਦੀ ਆ। ਪ੍ਰੋਫੈਸਰ ਬਲਜਿੰਦਰ ਕੌਰ ਔਰ ਜੈ ਕਿਸ਼ਨ ਅਰੋੜੀ ਨੇ ਕਿਹਾ ਔਰ ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਸਪਸ਼ਟ ਕਰੇ ਕਿ ਕਰੋਨਾ ਵਾਇਰਸ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਬਾਰੇ ਸਰਕਾਰ ਦੀ ਕੀ ਨੀਤੀ ਹੈ। ਕੀ ਸਰਕਾਰ ਨਿੱਜੀ ਹਸਪਤਾਲਾਂ 'ਚ ਕਰੋਨਾ ਦੇ ਇਲਾਜ ਦੀ ਇਜਾਜ਼ਤ ਦਿੰਦੀ ਹੈ? ਕੀ ਸਰਕਾਰੀ ਹਸਪਤਾਲਾਂ 'ਚ ਕਰੋਨਾ ਦੇ ਇਲਾਜ ਅਤੇ ਮਰੀਜ਼ਾਂ ਦੀ ਸੰਭਾਵੀ ਗਿਣਤੀ ਦੇ ਮੱਦੇਨਜ਼ਰ ਲੋੜੀਂਦੇ ਬੈੱਡ ਅਤੇ ਤਸੱਲੀ ਬਖਸ਼ ਪ੍ਰਬੰਧ ਹਨ? ਤਾਂ ਇਹ ਜਿਹੜੇ ਉਹਨਾਂ ਨੇ ਕਿਹਾ, ਕਿਉਂਕਿ ਮਸਲਾ ਉੱਠ ਖਲੋਤਾ ਲੁਧਿਆਣੇ ਤੋਂ, ਜਿੱਥੇ ਇੱਕ 70 ਸਾਲ ਦੀ ਬੀਬੀ ਨੇ ਕਰੋਨਾ ਖਿਲਾਫ ਲੜਾਈ ਜਿੱਤੀ ਸੀ, ਲੇਕਿਨ ਬਿੱਲ ਜਦ 7 ਲੱਖ ਦਾ ਆਇਆ ਤੇ ਪਰਿਵਾਰ ਵੀ ਸੋਚਣ ਲਈ ਮਜਬੂਰ ਹੋ ਗਿਆ, ਪੰਜਾਬ ਦੀ ਜਨਤਾ ਵੀ ਸੋਚਣ ਲਈ ਮਜਬੂਰ ਹੋ ਗਏ ਕਿ ਇੱਕ ਇਲਾਜ ਦੂਜਾ ਇਲਾਜ ਇੰਨਾ ਜ਼ਿਆਦਾ ਮਹਿੰਗਾ। ਇਸ ਕਰਕੇ ਇਸ ਮਸਲੇ 'ਤੇ ਵੀ ਕੈਪਟਨ ਸਰਕਾਰ ਕੋਲੋਂ ਜਵਾਬ ਮੰਗਿਆ ਪੰਜਾਬ ਸਰਕਾਰ ਨੇ ਕਿ ਜਿਹੜੀ ਸਥਿਤੀ ਆ ਸਪਸ਼ਟ ਕੀਤੀ ਜਾਵੇ, ਕਿਉਂਕਿ ਬਹੁਤ ਮਹਿੰਗਾ ਇਲਾਜ ਆ ਔਰ ਇਸ ਇਲਾਜ ਦੇ ਮੁਤਲਕ ਸਰਕਾਰ ਨੂੰ ਸੋਚਣਾ ਪਏਗਾ ਕਿ ਇਹ ਜਿਹੜੀ ਪਾਲਿਸੀ ਆ ਇਹ ਸਰਕਾਰ ਨੇ ਕਿਵੇਂ ਸਪਸ਼ਟ ਕਰਨੀ ਆ। ਔਰ ਇਹ ਜਿਹੜਾ ਮਸਲਾ ਇਹ ਉੱਠਿਆ ਗਾ ਔਰ ਨਾਲ ਦੀ ਨਾਲ ਇਹ ਵੀ ਜ਼ਿਕਰ ਆ ਕਿ ਜਿਹੜੇ ਸਰਕਾਰ ਆ ਉਹ ਆਮ ਲੋਕਾਂ ਦੀ ਬਜਾਏ ਸ਼ਰਾਬ ਦੇ ਠੇਕੇਦਾਰ ਆ
ਉਹਨਾਂ ਦੀ ਗੱਲ ਕਰ ਰਹੀ ਹੈ। ਇਸ ਮਸਲੇ 'ਚ ਜਿਹੜੀ ਸਿਆਸਤ ਇਹ ਵੀ ਸ਼ੁਰੂ ਹੋ ਚੁੱਕੀ ਆ ਔਰ ਇਹ ਜਿਹੜਾ ਅੱਜ ਜਿਹੜੇ ਮਸਲੇ ਉੱਠੇ ਨੇ ਔਰ ਇੱਕ ਹੋਰ ਜਿਹੜਾ ਮਸਲਾ ਹੈਗਾ ਕਿ ਇਹ ਵੀ ਮੰਗ ਕੀਤੀ ਜਾ ਰਹੀ ਆ ਕਿ ਸਰਕਾਰ ਨੂੰ ਖਾਸ ਕਰਕੇ ਜਿਹੜੇ ਪ੍ਰਾਈਵੇਟ ਹਸਪੀਟਲ ਆ, ਹਾਲਾਂਕਿ ਪਿਛਲੇ ਦਿਨੀ ਬਲਬੀਰ ਸਿੰਘ ਸਿੱਧੂ ਜੋ ਸੂਬੇ ਦੇ ਸਿਹਤ ਮੰਤਰੀ, ਉਹਨਾਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ, ਇਸ ਵਿਪਤਾ ਦੀ ਘੜੀ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸਰਕਾਰ ਦਾ, ਲੋਕਾਂ ਦਾ ਸਹਿਯੋਗ ਕਰਨਾ ਚਾਹੀਦਾ, ਸਾਥ ਦੇਣਾ ਚਾਹੀਦਾ। ਲੇਕਿਨ ਸਰਕਾਰ ਨੇ ਹਾਲਾਂਕਿ ਦਿਖਾਵੇ ਵਾਸਤੇ ਕੈਬਨਿਟ ਮੀਟਿੰਗ ਦੇ ਵਿੱਚ ਚਰਚਾ ਕੀਤੀ ਸੀ ਕਿ ਪ੍ਰਾਈਵੇਟ ਹਸਪਤਾਲ ਵੀ ਲੋਕਾਂ ਨੂੰ ਨਾ ਨੁੱਕਰ ਨਹੀਂ ਕਰ ਸਕਦੇ, ਲੇਕਿਨ ਉਹਦਾ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ, ਉਹਦੀ ਸਰਕਾਰ ਨੇ ਕੋਈ ਆਦੇਸ਼ ਨਹੀਂ ਕੀਤੇ। ਇੱਕ ਪ੍ਰੈਸ ਨੋਟ ਆਇਆ ਸੀ, ਉਸ ਪ੍ਰੈਸ ਨੋਟ ਤੋਂ ਅੱਗੇ ਸਰਕਾਰ ਨੇ ਕੋਈ ਐਕਸ਼ਨ ਕੀਤਾ। ਸ਼ਾਇਦ ਇਸੇ ਕਰਕੇ ਸੂਬੇ ਦੇ ਜਿਹੜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਉਹਨਾਂ ਨੂੰ ਦੁਖੀ ਹੋ ਕੇ ਕਹਿਣਾ ਪਿਆ ਸੀ ਕਿ ਪ੍ਰਾਈਵੇਟ ਹਸਪੀਟਲ ਨੂੰ ਇਸ ਔਖੀ ਘੜੀ ਭੱਜਣਾ ਨਹੀਂ ਚਾਹੀਦਾ। ਔਰ ਇਹ ਬਹੁਤ ਵੱਡਾ ਮਸਲਾ ਹੈਗਾ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਉਸ ਲੜਾਈ ਦੇ ਵਿੱਚ ਪਿੱਛੇ ਨਹੀਂ ਭੱਜ ਸਕਦੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਅਗਰ ਮੈਦਾਨ 'ਚੋਂ ਫੌਜੀ ਹੀ ਭੱਜ ਜਾਣ ਤੇ ਫਿਰ ਦੇਸ਼ ਲੜਾਈ ਕਿਵੇਂ ਜਿੱਤੇਗਾ। ਤੇ ਇਸੇ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਵੱਧ ਚੜ੍ਹ ਕੇ ਇਸ ਲੜਾਈ ਦੇ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ, ਤਾਂ ਹੀ ਅਸੀਂ ਲੜਾਈ ਜਿੱਤਾਂਗੇ। ਪਰ ਫਿਲਹਾਲ ਕਹਿ ਸਕਦੇ ਕਿ ਪ੍ਰਾਈਵੇਟ ਹਸਪਤਾਲਾਂ, ਜਿੱਦਾਂ ਲੁਧਿਆਣੇ ਤੋਂ ਖਬਰ ਆ ਕਿ 29 ਦਿਨ ਇੱਕ ਬੀਬੀ ਰਹੀ ਔਰ ਉਹਦਾ ਜਿਹੜਾ ਬਿੱਲ ਆ ਉਹ 7 ਲੱਖ ਰੁਪਈਆ ਬਣਾ ਦਿੱਤਾ ਗਿਆ ਔਰ ਇਹ ਲੋਕੀ ਸੋਚਣ ਲਈ ਮਜਬੂਰ ਹੋ ਗਏ ਨੇ। ਔਰ ਇਸੇ ਕਰਕੇ ਜਿਹੜੇ ਲੋਕ ਆ ਉਹ ਸਰਕਾਰੀ ਹਸਪਤਾਲਾਂ ਵਿੱਚ ਭੱਜ ਰਹੇ ਨੇ। ਤੇ ਅਸੀਂ ਇੱਕ ਵਾਰ ਫਿਰ ਅਪੀਲ ਕਰਾਂਗੇ ਖਾਸ ਕਰਕੇ ਕਿ ਲੋਕਾਂ ਨੂੰ ਸਰਕਾਰ ਦੀ ਜਿਹੜੀ ਸਲਾਹਾਂ ਮੰਨਣੀਆਂ ਚਾਹੀਦੀਆਂ ਹੈਗੀਆਂ ਔਰ ਸਰਕਾਰ ਨੂੰ ਵੀ ਜਿਹੜੇ ਪੀੜਤ ਲੋਕ ਨੇ, ਜਿਹੜੇ ਹਸਪਤਾਲਾਂ ਵਿੱਚ ਦਾਖਲ ਨੇ, ਉਹਨਾਂ ਨੂੰ ਇੱਕ ਚੰਗੀ ਜਿਹੜੀ ਖੁਰਾਕ ਆ ਉਹ ਮੁਹੱਈਆ ਕਰਵਾਉਣੀ ਚਾਹੀਦੀ ਹੈਗੀ ਆ। ਉਹਨਾਂ ਦੀ ਜਿਹੜੀ ਇਮਿਊਨਿਟੀ ਲੈਵਲ ਉਹ ਵਧੇ, ਉਸ 'ਤੇ ਜਿਹੜੇ ਚਾਹੇ ਕਿਸੇ ਤਰ੍ਹਾਂ ਵੀ ਜਿਹੜੀ ਮੈਡੀਸਨ, ਚਾਹੇ ਆਯੁਰਵੈਦਿਕ, ਚਾਹੇ ਹੋਮੋਪੈਥਿਕ, ਚਾਹੇ ਐਲੋਪੈਥਿਕ ਆ, ਉਹਦੀ ਸਟੱਡੀ ਕਰਕੇ ਉਹਨਾਂ ਲੋਕਾਂ ਨੂੰ ਪਹੁੰਚਾਉਣੀ ਚਾਹੀਦੀ ਆ। ਔਰ ਨਾਲ ਦੀ ਨਾਲ ਉੱਥੇ ਬਹੁਤ ਵਧੀਆ ਇੱਕ ਘਰ ਵਰਗਾ ਮਾਹੌਲ ਬਣਾਉਣਾ ਚਾਹੀਦਾ ਹੈਗਾ, ਕਿਉਂਕਿ ਜਿਸ ਤਰ੍ਹਾਂ ACP ਅਨਿਲ ਕੋਹਲੀ ਦੇ ਦੋਸਤ ਨੇ ਵੀਡੀਓ ਜਾਰੀ ਕੀਤੀ ਆ ਕਿ ਉਹਨਾਂ ਦੀ ਜਿਹੜੀ ਵਾਈਫ ਆ ਉਹ ਵੀ ਕਰੋਨਾ ਤੋਂ ਪੀੜਤ ਆ ਤੇ ਉਹਨਾਂ ਕੋਲੋਂ ਮੋਬਾਈਲ ਵੀ ਖੋਹ ਲਿਆ। ਇਸ ਕਰਕੇ ਜਿਹੜੇ ਲੋਕ ਪੀੜਤ ਨੇ ਉਹਨਾਂ ਨੂੰ ਘਰਾਂ ਤੋਂ ਵੱਖ ਨਾ ਕੀਤਾ ਜਾਵੇ, ਉਹਨਾਂ ਨੂੰ ਮੋਬਾਈਲ ਵਰਗੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਕਿਉਂਕਿ ਉਹ ਇਕੱਲਾ ਨਾ ਮਹਿਸੂਸ ਕਰੇ। ਔਰ ਪਰਿਵਾਰ ਦਾ ਸਾਥ ਬਹੁਤ ਜ਼ਰੂਰੀ ਆ ਔਰ ਉੱਥੇ ਅਜਿਹੇ ਸ਼ਾਂਤਮਈ ਮਾਹੌਲ ਦੇ ਵਿੱਚ ਆਪਣੇ ਆਪਣੇ ਹਿਸਾਬ ਦੇ ਨਾਲ ਜੋ ਕਿਸੇ ਦਾ ਵੀ ਅਕੀਦਾ, ਚਾਹੇ ਉਹ ਸਿੱਖ ਧਰਮ 'ਤੇ ਵਿਸ਼ਵਾਸ ਰੱਖਦਾ, ਚਾਹੇ ਹਿੰਦੂ ਧਰਮ 'ਤੇ ਵਿਸ਼ਵਾਸ ਰੱਖਦਾ, ਚਾਹੇ ਮੁਸਲਿਮ ਧਰਮ 'ਤੇ ਵਿਸ਼ਵਾਸ ਰੱਖਦਾ, ਉੱਥੇ ਉੱਦਾਂ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਕਿ ਚਾਹੇ ਉੱਥੇ ਕੋਈ ਗੁਰਬਾਣੀ ਸੁਣੇ, ਚਾਹੇ ਉੱਥੇ ਗੀਤਾ ਦਾ ਉਪਦੇਸ਼ ਸੁਣੇ, ਚਾਹੇ ਉੱਥੇ ਕੋਈ ਨਮਾਜ਼ ਕਰੇ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਮੌਕੇ ਆਤਮ ਵਿਸ਼ਵਾਸ ਔਰ ਗੁਰੂ ਤੇ ਵਾਹਿਗੁਰੂ ਤੇ ਜਿਹੜਾ ਵਿਸ਼ਵਾਸ ਆ ਉਹ ਵੀ ਇਸ ਲੜਾਈ ਦੇ ਵਿੱਚ ਕੰਮ ਆਏਗਾ। ਔਰ ਵਿਸ਼ਵਾਸ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਆ ਰਹੇ ਨੇ ਜ਼ਿੰਦਗੀ ਹੈ ਤੇ ਜਹਾਨ ਹੈ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।